थोड़ी देर ਦੇ ਵਿੱਚ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਰਾਮ ਰਹੀਮ। ਜੇਲ੍ਹ ਦੇ ਬਾਹਰ ਵਧਾਈ ਗਈ ਸੁਰੱਖਿਆ। ਰਾਮ ਰਹੀਮ ਨੂੰ ਮਿਲੀ ਹੈ 40 ਦਿਨਾਂ ਦੀ ਪੈਰੋਲ। ਰਾਮ ਰਹੀਮ ਦੀ ਪੈਰੋਲ ਤੇ ਜਥੇਦਾਰ ਨੇ ਖੜੇ ਕੀਤੇ ਸਵਾਲ। ਜੁਡੀਸ਼ੀਅਲ ਸਿਸਟਮ ਤੇ ਵੀ ਕੱਸਿਆ ਤੰਜ। ਬੋਲੇ ਇੱਕ ਬਲਾਤਕਾਰੀ ਨੂੰ ਲੈ ਕੇ ਤਾਂ ਕਾਨੂੰਨ ਨਰਮ ਹੈ, ਪਰ ਹੱਕਾਂ ਦੀ ਲੜਾਈ ਲੜਨ ਵਾਲਿਆਂ ਦੇ ਲਈ ਸਖਤ। SYL ਦੇ ਮੁੱਦੇ ਤੇ ਨਹੀਂ ਬਣੀ ਕੋਈ ਸਹਿਮਤੀ। ਦੋਵੇਂ ਸੂਬੇ ਆਪਣੇ ਸਟੈਂਡ ਤੇ ਰਹੇ ਕਾਇਮ। ਪੰਜਾਬ ਨੇ ਕੇਂਦਰ ਦੇ ਪਾਲੇ ਦੇ ਵਿੱਚ ਸੁੱਟੀ ਗੇਂਦ ਤਾਂ ਹਰਿਆਣਾ ਸੁਪਰੀਮ ਕੋਰਟ ਦੇ ਵਿੱਚ ਹੀ ਲੜੇਗਾ ਕਾਨੂੰਨੀ ਲੜਾਈ। SYL ਵਿਵਾਦ ਦੇ ਵਿਚਾਲੇ ਅੱਜ ਸਿੱਖ ਅਜਾਇਬ ਘਰ ਦੇ ਵਿੱਚ ਲਾਈ ਜਾਵੇਗੀ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ। 9 ਵਜੇ ਦੇ ਕਰੀਬ ਸ਼ੁਰੂ ਹੋਵੇਗਾ SGPC ਦਾ ਸਮਾਗਮ। ਮੂਸੇਵਾਲਾ ਦੇ ਗਾਣੇ ਦੇ ਵਿੱਚ ਹੋਇਆ ਸੀ ਜਟਾਣਾ ਦਾ ਜ਼ਿਕਰ। ਬੇਅਦਬੀ ਗੋਲੀकांड ਦੇ ਵਿੱਚ ਇਨਸਾਫ ਦੀ ਘੜੀ ਨੇੜੇ। ਇਨਸਾਫ ਮੋਰਚੇ ਦੇ ਵਿੱਚ ਸਪੀਕਰ ਸੰਧਵਾ ਨੇ ਦਿੱਤੇ ਸੰਕੇਤ ਕਿ ਆ ਬਸ 1.5 ਮਹੀਨੇ ਦਾ ਇੰਤਜ਼ਾਰ। ਜੇ ਨਹੀਂ ਮਿਲਿਆ ਇਨਸਾਫ ਤਾਂ ਸਰਕਾਰ ਤੋਂ, ਜੇ ਨਹੀਂ ਮਿਲਿਆ ਤਾਂ ਸਰਕਾਰ ਤੋਂ ਕੀ ਲੈਣਾ। ਆਪ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਮਿਲੀ ਧਮਕੀ ਤੇ ਅੰਮ੍ਰਿਤਪਾਲ ਦਾ ਜਵਾਬ। ਜ਼ੁਬਾਨੀ ਹਿੰਸਾ ਬੰਦ ਕਰੇ ਵਿਧਾਇਕ, ਜ਼ੁਬਾਨ ਤੇ ਰੱਖੇ ਲਗਾਮ। ਫਿਰ ਸੂਬੇ ਦੀ ਸ਼ਾਂਤੀ ਭੰਗ ਹੋਣ ਦੇ ਲਈ ਸਾਨੂੰ ਨਾ ਦੱਸਿਓ ਜ਼ਿੰਮੇਵਾਰ। ਨਿਊਜ਼ 18 ਦੀ ਖਬਰ ਦਾ ਵੱਡਾ ਅਸਰ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਮੰਗੀ ਰਿਪੋਰਟ। ਕਿਆ ਹੋਵੇਗੀ ਸਖਤ ਕਾਰਵਾਈ। ਜਲੰਧਰ ਦੇ ਵਿੱਚ ਰੈਸਟੋਰੈਂਟ ਤੋਂ ਮਹਿਲਾ ਨੂੰ ਘੜੀਸ ਕੇ ਕੱਢਿਆ ਗਿਆ ਸੀ ਬਾਹਰ। ਹਿਮਾਚਲ ਚੋਣਾਂ ਦਾ ਵਜਿਆ ਬਿਗੁਲ। 12 ਨਵੰਬਰ ਨੂੰ 68 ਵਿਧਾਨ ਸਭਾ ਸੀਟਾਂ ਦੇ ਲਈ ਹੋਵੇਗੀ VOTING। 8 ਦਸੰਬਰ ਨੂੰ ਨਤੀਜੇ। 17 ਅਕਤੂਬਰ ਤੋਂ ਸ਼ੁਰੂ ਹੋਣਗੀਆਂ ਨਾਮਜ਼ਦਗੀਆਂ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਪੰਜਾਬ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ੋ ਸੰਧੂ। ਸੋ ਉਮੀਦ ਹੈ ਤੁਸੀਂ ਸਾਰੇ ਖੈਰਿਅਤ ਦੇ ਨਾਲ ਹੋਵੋਗੇ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਰਾਮ ਰਹੀਮ ਤੋਂ ਕਰਦੇ ਹਾਂ। ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ। ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਵਾਨਾ ਹੋ ਗਿਆ। ਇਸ ਵੇਲੇ ਦੀ ਅਹਿਮ ਖਬਰ ਦੱਸ ਰਹੇ ਹਾਂ, ਵੱਡੀ ਖਬਰ ਦੱਸ ਰਹੇ ਹਾਂ। ਪੈਰੋਲ ਤੇ ਬਾਹਰ ਆਇਆ ਰਾਮ ਰਹੀਮ। ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ ਤਾਂ ਰੋਹਤਕ ਤੋਂ ਬਾਗਪਤ ਦੇ ਲਈ ਰਵਾਨਾ ਹੋਇਆ ਰਾਮ ਰਹੀਮ। ਦੱਸ ਦੇਈਏ ਕਿ 40 ਦਿਨਾਂ ਦੀ ਪੈਰੋਲ ਮਿਲੀ ਹੈ। ਇਸ ਤੋਂ ਪਹਿਲਾਂ ਫਰਲੋ ਤੇ ਬਾਹਰ ਆਇਆ ਸੀ ਰਾਮ ਰਹੀਮ, ਤਾਂ ਹੁਣ ਬੀਤੇ ਦਿਨ ਇਹ ਪ੍ਰਵਾਨਗੀ ਹੋਈ ਹੈ, ਯਾਨੀ ਕਿ ਜ਼ਮਾਨਤ ਦੀ ਪ੍ਰਵਾਨਗੀ ਹੋਈ ਹੈ ਤਾਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ। ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ। ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਵਾਨਾ ਹੋ ਗਿਆ, ਪੈਰੋਲ ਤੇ ਬਾਹਰ ਆ ਗਿਆ ਰਾਮ ਰਹੀਮ। ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰੋਹਤਕ ਤੋਂ ਬਾਗਪਤ ਦੇ ਲਈ ਰਵਾਨਾ ਹੋਇਆ ਰਾਮ ਰਹੀਮ। ਪਹਿਲਾਂ ਵੀ ਸ਼ਰਤਾਂ ਦੇ ਨਾਲ ਜਿਹੜੀ ਹੈ ਪੈਰੋਲ ਫਰਲੋ ਦਿੱਤੀ ਗਈ ਸੀ ਔਰ ਕਿਹਾ ਗਿਆ ਸੀ ਕਿ ਇੱਕ ਬਕਾਇਦਾ ਏਰੀਆ ਹੋਏਗਾ ਜਿੱਥੇ ਕਿ ਰਹਿਣਾ ਹੋਏਗਾ ਔਰ ਖਾਸ ਤੌਰ ਤੇ ਸਰਸਾਨ ਤੇ ਮਨਾਹੀ ਲਗਾਈ ਗਈ ਸੀ ਕੋਰਟ ਦੇ ਵੱਲੋਂ, ਯਾਨੀ ਕਿ ਕੁਝ ਸ਼ਰਤਾਂ ਰੱਖੀਆਂ ਗਈਆਂ ਸਨ, ਜਿਸ ਤੋਂ ਬਾਅਦ ਰਾਮ ਰਹੀਮ ਨੂੰ ਜ਼ਮਾਨਤ ਉਸ ਵੇਲੇ ਫਰਲੋ ਮਿਲੀ ਸੀ ਪਰ ਹੁਣ ਪੈਰੋਲ 40 ਦਿਨਾਂ ਦੀ ਪੈਰੋਲ ਮਿਲੀ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਗਿਆ ਸੀ। ਉਸ ਵੇਲੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਹੀ ਲਿਆਂਦਾ ਗਿਆ ਸੀ ਔਰ ਉਸ ਤੋਂ ਬਾਅਦ ਵੀ ਜਿਹੜੀ ਹੈ ਜ਼ਿਆਦਾ ਜਨਤਕ ਹੋਣ ਨੂੰ ਲੈ ਕੇ ਇਜਾਜ਼ਤ ਨਹੀਂ ਦਿੱਤੀ ਗਈ ਸੀ। ਧੀਰੇਂਦਰ ਚੌਧਰੀ फोन लाइन तेरे रोहतक तो साढ़े नाल। धीरेन्द्र, क्या कुछ जानकारी है? देखिए, 6:55 पर राम रहीम को सुनारिया जेल से बाहर निकाला गया है। हालांकि इससे पहले जेल परिसर के आसपास काफी संख्या में पुलिस बल तैनात कर दिया गया था और जो जाने का रास्ता है उसको भी ब्लॉक कर दिया गया था। तो 6:55 पर 2 गाड़ी राम रहीम के परिवार की तरफ से लाई गई थी और उनको एस्कॉर्ट किया गया था हरियाणा पुलिस के जवानों की तरफ से। 5 गाड़ियों का काफिला उत्तर प्रदेश के बागपत की तरफ निकला है, क्योंकि पिछले काफी अरसे से ये कयास लगाए जा रहे थे कि राम रहीम को 40 दिन की पैरोल मिलेगी तो वो कहाँ रहेंगे। कई बातें सामने आई थी कि बाबा सिरसा डेरे में रहना चाहते हैं। राजस्थान का भी कोई एक विकल्प था, लेकिन हरियाणा सरकार ने शायद उसको मंजूरी नहीं दी, इसलिए राम रहीम अब फिर से उसी डेरे में जाएंगे जहाँ पर पहले वो पैरोल काट चुके हैं। जी, क्या कुछ शर्तें हैं धीरेन्द्र, अगर जिक्र किया जाए? हालांकि आप बता रहे हैं कि किस तरह से एस्कॉर्ट किया गया है, पूरी सुरक्षा के तहत ही लाया गया है। देखिए, इनका प्रोटोकॉल है, क्योंकि जिस तरह से राम रहीम काफी विवादों में रहे हैं और इसको लेकर कई बार धमकियां भी मिली हैं। बब्बर खालसा की तरफ से भी इनको धमकी दी गई है, इसलिए पुलिस की भी ये ड्यूटी बनती है कि जो इस तरह के कैदी हैं, सजायाफ्ता कैदी हैं, उनको पुख्ता सुरक्षा मुहैया कराई जाए। क्योंकि अभी रोहतक से निकले हैं तो आगे जब सोनीपत डिस्ट्रिक्ट में प्रवेश करेंगे तो सोनीपत पुलिस इनको एस्कॉर्ट करेंगे। उसके बाद उत्तर प्रदेश पुलिस राम रहीम को जिस आश्रम में जाएंगे वहां के लिए एस्कॉर्ट करेंगे, क्योंकि प्रोटोकॉल का हिस्सा है, इसलिए इनको सुरक्षा दी जाती है। जी, इसके अलावा क्या कुछ जानकारी है धीरेन्द्र?
देखिए, जानकारी तो ये थी कि इनके जो भक्त थे, पहले भी इनकी चिट्ठी आई थी कि वो दिवाली पर आप लोगों से मिलेंगे, तो कहीं ना कहीं ये उम्मीदें तो इनको पहले से ही थी कि इनको पैरोल मिलेगी। और किसी भी कैदी का एक अधिकार भी होता है जो पैरोल अवधि है उसको इसी तरह 78 दिनों की जो छूट होती है वो उनको मिलती है। तो 40 दिन इनके बाकी रहते थे, इसलिए 40 दिन की इनको पैरोल मिली है। लेकिन इनको शायद ये उम्मीद थी कि इस बार डेरा सच्चा सौदा में वो आ पाएंगे। इसको लेकर इन्होंने अर्जी भी लगाई थी, लेकिन वो अर्जी अस्वीकार कर दी गई और अब इनको फिर से उत्तर प्रदेश के उसी आश्रम में भेजा जा रहा है जहाँ पर ये पहले रह चुके हैं। इसलिए जो इनके अनुयायी थे वो शायद उम्मीद लगा के चल रहे थे कि बाबा इस बार डेरे में आएंगे, लेकिन शायद उनकी उम्मीदों पर इस बार फिर से राम रहीम ने जो वादा किया तो उस पर खरे नहीं उतरे। क्योंकि राम रहीम को जो अभी पैरोल दी गई है, ये पैरोल देने का अधिकार कमिश्नर का होता है, हरियाणा स्टेट गवर्नमेंट का होता है। स्टेट गवर्नमेंट के गृह विभाग ने ये पहले इसका वेरीफाई किया, उसके बाद कमिश्नर ने इनको अनुमति दी। कमिश्नर से अनुमति मिलने के बाद ही जेल प्रशासन ने उनको रिलीज किया। धीरेन्द्र, क्या फिर ये माना जाए जिस तरह से पिछली बार देखा गया था कि राम रहीम खुद फिजिकली तौर पर जनता के बीच या उनके जो प्रेमी हैं उनके बीच नहीं गए, तो उसी तरह से इस बार भी नजर आएंगे, यानी कि सिर्फ वीडियो कॉल के जरिए ही या फिर वर्चुअल तरीके से ही जो है जनता के बीच जाएंगे, अपने प्रेमियों के बीच जाएंगे? नहीं, देखिए, पिछली पैरोल के दौरान जब वो उत्तर प्रदेश के आश्रम में थे तब भी उनके कुछ खास लोग उनसे मिलने के लिए उस डेरे में गए थे। शायद इस तरह की बंदिश नहीं है कि राम रहीम नहीं मिल पाएंगे, लेकिन किसी तरह का कोई सत्संग नहीं कर पाएंगे सामने, क्यों वो वीडियो कॉन्फ्रेंसिंग के जरिए ही सत्संग कर सकते हैं, जो जैसा पिछली बार उन्होंने किया भी था। लेकिन जो टर्म कंडीशन होती है उसके मुताबिक राम रहीम खुले तौर पर जैसे शिक्षा में मिलते थे इस तरह से अपने अनुयायियों से, भक्तों से नहीं मिल पाएंगे। जी ठीक है धीरेन्द्र, फिलहाल शुक्रिया तमाम जानकारी के लिए। इस वेले दी बड़ी खबर तुहानू दस रहे, जेल तो बाहर आया राम रहीम 6:55 जेल तो बाहर आया राम रहीम ਤਾਂ ਸਿੱਧਾ ਹੁਣ यूपी यानी कि ਉਸੇ ਹੀ ਆਸ਼ਰਮ ਦੇ ਵਿੱਚ ਲੈ ਕੇ ਜਾਂਦਾ ਜਾ ਰਿਹਾ ਹੈ ਜਿੱਥੇ ਇਸ ਤੋਂ ਪਹਿਲਾਂ ਜਦੋਂ ਪੈਰੋਲ ਮਿਲੀ ਸੀ ਉਸ ਵੇਲੇ ਸੀ ਤਾਂ ਉੱਥੇ ਹੀ ਲੈ ਕੇ ਜਾਇਆ ਜਾ ਰਿਹਾ। ਤਾਂ ਹੁਣ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਸਵੇਰ ਵੇਲੇ ਸੁਭਾਵਿਕ ਤੌਰ ਤੇ ਜਿਹੜੇ ਵੀ ਅਜਿਹੇ ਕ੍ਰਿਮੀਨਲ ਨੇ, ਕਹਿ ਲਈਏ ਕਿ ਜੇਲ੍ਹਾਂ ਦੇ ਵਿੱਚ ਬੰਦ ਨੇ, ਬੇਸ਼ੱਕ ਉਹ ਅਸੀਂ ਗੈਂਗਸਟਰਾਂ ਦਾ ਜ਼ਿਕਰ ਕਰ ਲਈਏ, ਲਾਰੈਂਸ ਬਿਸ਼ਨੋਈ ਜਾਂ ਹੋਰ ਵੱਡੇ ਗੈਂਗਸਟਰ ਜਦੋਂ ਲਿਆਂਦੇ ਜਾਂਦੇ ਨੇ ਜਾਂ ਫਿਰ ਉਹਨਾਂ ਦੀ ਪੇਸ਼ੀ ਹੁੰਦੀ ਹੈ ਤਾਂ ਕੋਸ਼ਿਸ਼ ਹੁੰਦੀ ਹੈ ਪੁਲਿਸ ਦੀ ਕਿ ਰਾਤ ਦੇ ਹਨੇਰੇ ਵਿੱਚ ਜਾਂ ਫਿਰ ਤੜਕਸਾਰ ਹੀ ਉਹਨਾਂ ਨੂੰ ਲਿਆਇਆ ਜਾਏ ਬਾਹਰ, ਕਿਉਂਕਿ ਉਸ ਵੇਲੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਥੋੜਾ ਜਿਹਾ ਬਹੁਤ ਵਧੀਆ ਤਰੀਕੇ ਦੇ ਨਾਲ ਪੁਲਿਸ ਆਪਣਾ ਕੰਮ ਕਰ ਸਕਦੀ ਹੈ, ਯਾਨੀ ਕਿ ਬਹੁਤ ਜ਼ਿਆਦਾ ਭੀੜ ਭੜੱਕਾ ਸੜਕਾਂ ਤੇ ਨਹੀਂ ਹੁੰਦਾ ਜਾਂ ਫਿਰ ਬਹੁਤ ਜ਼ਿਆਦਾ ਡਰ ਨਹੀਂ ਹੁੰਦਾ। ਤਾਂ ਉਸੇ ਹਿਸਾਬ ਦੇ ਨਾਲ ਇਸ ਵੇਲੇ ਕਹਿ ਸਕਦੇ ਆ ਕਿ ਸਵੇਰੇ ਤੜਕਸਾਰ ਜਿਹੜਾ ਹੈ ਉਹ ਬਾਹਰ ਕੱਢਿਆ ਗਿਆ ਹੈ ਜੇਲ੍ਹ ਤੋਂ। ਤਾਂ ਹੁਣ ਰੋਹਤਕ ਤੋਂ ਰਵਾਨਾ ਹੋ ਗਿਆ ਰਾਮ ਰਹੀਮ ਔਰ ਹੁਣ ਸਿੱਧਾ यूपी ਉਸੇ ਆਸ਼ਰਮ ਦੇ ਵਿੱਚ ਲੈ ਕੇ ਜਾਇਆ ਜਾਏਗਾ। ਇਹ ਵੀ ਜਾਣਕਾਰੀ ਸਾਡੇ ਪੱਤਰਕਾਰ ਦੇ ਰਹੇ ਸੀ ਕਿ ਕੁਝ ਸ਼ਰਤਾਂ ਜਿਸ ਤਰ੍ਹਾਂ ਦੇ ਨਾਲ ਪਿਛਲੀ ਵਾਰ ਸ਼ਰਤਾਂ ਸਨ ਉਸੇ ਲਿਹਾਜ਼ ਦੇ ਨਾਲ ਸ਼ਰਤਾਂ ਜਿਹੜੀਆਂ ਨੇ ਰੱਖੀਆਂ ਗਈਆਂ ਨੇ ਔਰ ਉਸੇ ਮੁਤਾਬਿਕ ਹੀ ਸਤਸੰਗ ਜੇਕਰ ਕੀਤਾ ਜਾਣਾ ਹੈ ਰਾਮ ਰਹੀਮ ਦੇ ਵੱਲੋਂ ਤਾਂ ਵਰਚੁਅਲ ਤਰੀਕੇ ਦੇ ਨਾਲ ਹੀ ਹੋ ਸਕੇਗਾ ਔਰ ਖੁਦ ਜਿਹੜੀ ਪ੍ਰੈਜ਼ੈਂਸ ਹੈ ਉਹ ਫਿਜ਼ੀਕਲੀ ਨਹੀਂ ਦਿੱਤੀ ਜਾ ਸਕਦੀ। ਤਾਂ ਰਾਮ ਰਹੀਮ ਦੀ ਪੈਰੋਲ ਤੇ ਦੱਸਦੀ ਕਿ ਜਥੇਦਾਰ ਨੇ ਵੀ ਸਵਾਲ ਖੜੇ ਕੀਤੇ ਨੇ। ਇੱਕ ਬਲਾਤਕਾਰੀ ਨੂੰ ਲੈ ਕੇ ਕਾਨੂੰਨ ਨਰਮ ਹੈ, ਜਥੇਦਾਰ ਦਾ ਕਹਿਣਾ ਹੈ, ਤਾਂ ਹੱਕਾਂ ਦੇ ਲਈ ਲੜਨ ਵਾਲਿਆਂ ਦੇ ਲਈ ਕਾਨੂੰਨ ਸਖਤ ਹੈ। ਜੁਡੀਸ਼ੀਅਲ ਸਿਸਟਮ ਦੇ ਜਥੇਦਾਰ ਦਾ ਤੰਜ ਸਾਹਮਣੇ ਆਇਆ। ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਨੇ, ਉਹਨਾਂ ਨੇ ਕਿਹਾ ਹੈ, ਯਾਨੀ ਕਿ ਸਾਫ਼ ਤੌਰ ਤੇ ਇਸ ਬਿਆਨ ਤੋਂ ਕਾਫੀ ਨਾਰਾਜ਼ਗੀ ਵੀ ਜਿਹੜੀ ਹੈ ਉਹ ਝਲਕ ਰਹੀ ਹੈ। ਤਾਂ ਇਹ ਰਾਮ ਰਹੀਮ ਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਇੱਕ ਬਲਾਤਕਾਰੀ ਨੂੰ ਲੈ ਕੇ ਕਾਨੂੰਨ ਜੋ ਹੈ ਨਰਮ ਹੈ ਔਰ ਹੱਕਾਂ ਦੀ ਲੜਾਈ ਲੜਨ ਵਾਲੇ, ਯਾਨੀ ਕਿ ਸਿੱਧੇ ਤੌਰ ਤੇ ਅਸੀਂ ਕਹਿ ਲਈਏ ਤਾਂ ਇਹ ਜਿਹੜਾ ਇਸ਼ਾਰਾ ਹੈ ਬੰਦੀ ਸਿੰਘਾਂ ਦੇ ਵੱਲ ਜਾਂਦਾ ਹੈ, ਜਿਸ ਨੂੰ ਲੈ ਕੇ ਲਗਾਤਾਰ ਇਹ ਮੰਗ ਵੀ ਉੱਠ ਰਹੀ ਹੈ ਕਿ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਕਿਉਂਕਿ ਉਹਨਾਂ ਨੂੰ ਪੈਰੋਲ ਤੱਕ ਜਿਹੜੀ ਹੈ ਉਹ ਨਹੀਂ ਮਿਲ ਰਹੀ। ਸੋ ਉਸ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਇਹ ਬਿਆਨ ਦਿੱਤਾ ਗਿਆ ਹੈ। ਤਾਂ ਇਹ ਬਿਆਨ ਜੋ ਹੈ ਉਹ ਫੇਸਬੁੱਕ ਪੋਸਟ ਦੇ ਜ਼ਰੀਏ ਦਿੱਤਾ ਗਿਆ ਔਰ ਲਿਖਦੇ ਨੇ ਭਾਰਤੀ ਕਾਨੂੰਨ ਉੱਪਰ ਇਹ ਕਹਾਵਤ ਠੀਕ ਟੁਕਦੀ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਨੇ। ਸਕੂਲ ਦੇ ਵਿੱਚ ਪੜਾਇਆ ਜਾਂਦਾ ਸੀ ਕਿ ਕਾਨੂੰਨ ਦੀ ਨਜ਼ਰ ਵਿੱਚ ਸਭ ਬਰਾਬਰ ਨੇ, ਪਰ ਨਹੀਂ, ਦੂਜਿਆਂ ਪ੍ਰਤੀ ਚਾਹੇ ਉਹ ਬਲਾਤਕਾਰੀ ਹੀ ਕਿਉਂ ਨਾ ਹੋਣ, ਭਾਰਤੀ ਕਾਨੂੰਨ ਨਰਮ ਹੈ ਤੇ ਆਪਣੇ ਹੱਕਾਂ ਦੇ ਲਈ ਲੜਨ ਵਾਲੇ ਸਿੱਖ ਜਿਹੜੇ ਆਪਣੀ ਕੈਦ ਦੀ ਮਿਆਦ ਵੀ ਪੂਰੀ ਕਰ ਚੁੱਕੇ ਨੇ ਉਹਨਾਂ ਲਈ ਬੇਹੱਦ ਸਖਤ ਹੈ। ਤੋਂ ਇਹ ਫੇਸਬੁੱਕ ਪੋਸਟ ਕੀਤੀ ਗਈ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ। उधर रामचंद्र छत्रपति के बेटे अंशुल ने भी राम रहीम नूं पैरोल ते लैके सवाल खड़े कीते ने।
संघर्ष कर रहे हैं, तब से ही देख रहे हैं, पार्टी कोई भी हो, कोई किसी भी राजनीतिक पार्टी की सरकार हो, सत्ता में हो, सेंटर में हो, सभी का ही इसी तरीके का व्यवहार रहा है। पंजाब हरियाणा की स्टेट गवर्नमेंट्स का और सेंट्रल गवर्नमेंट्स का हमेशा यही व्यवहार रहा है कि राज सत्ता के लिए, वो वोट तंत्र के लिए हमेशा डेरा सच्चा सौदा का प्रयोग करती रही हैं और यही अब भी हो रहा है। चाहे वो एक बलात्कारी साबित हो चुका है, हत्यारा साबित हो चुका है, लेकिन उसके बावजूद राजनीतिक पार्टियां और राज सत्ता जो है वो अपनी वोट का लालच जो है वो त्याग नहीं पा रही हैं और एक बलात्कारी को, हत्यारे को जिस तरीके से सलाखों से बाहर ला करके और जो मामले अंडर ट्रायल हैं उनके लिए जिस तरीके से एक ख़तरा पैदा किया जाता है, तो ये एक चिंता का विषय है। और राजनीतिक लोगों का मतलब चेहरा, जो घिनौना चेहरा है, वो उजागर हो रहा है लोगों के। ਅੱਗੇ ਵਧਾਂਗੇ ਤਾਂ ਐਸਵਾਈਐਲ ਦਾ ਜ਼ਿਕਰ ਕਰਾਂਗੇ। ਐਸਵਾਈਐਲ ਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਸੀਐਮ ਦੇ ਵਿਚਾਲੇ ਮੀਟਿੰਗ ਹੋਈ। 2 ਘੰਟੇ ਮੀਟਿੰਗ ਚੱਲੀ, ਬੇਸਿੱਟਾ ਰਹੀ ਤੇ ਮੀਟਿੰਗ ਤੋਂ ਬਾਅਦ ਹਰਿਆਣਾ ਨੂੰ ਸੁਪਰੀਮ ਕੋਰਟ ਤੋਂ ਉਮੀਦ ਤੇ ਪੰਜਾਬ ਨੇ ਪੀਐਮ ਦੇ ਦਖਲ ਦੀ ਮੰਗ ਕੀਤੀ। ਐਸਵਾਈਐਲ ਯਾਨੀ ਸਤਲੁਜ ਯਮੁਨਾ ਲਿੰਕ, ਜਿਸ ਦਾ ਵਿਵਾਦ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਉਲਝਿਆ ਪਿਆ ਹੈ। ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਦੋਵੇਂ ਸੀਐਮ ਨੂੰ ਮੀਟਿੰਗ ਕਰਨ ਦੇ ਲਈ ਕਿਹਾ ਗਿਆ। ਸੀਐਮ ਭਗਵੰਤ ਮਾਨ ਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਦੇ ਵਿਚਾਲੇ ਤਕਰੀਬਨ 2 ਘੰਟੇ ਮੀਟਿੰਗ ਚੱਲੀ, ਪਰ ਨਤੀਜਾ ਉਹੀ ਜੋ 2 ਦਹਾਕਿਆਂ ਤੋਂ ਸੁਣਦੇ ਆ ਰਹੇ ਹਾਂ, ਯਾਨੀ ਮੀਟਿੰਗ ਬੇਸਿੱਟਾ ਰਹੀ ਤੇ ਮੀਟਿੰਗ ਤੋਂ ਬਾਹਰ ਆ ਕੇ ਦੋਵੇਂ ਸੀਐਮ ਇੱਕ ਦੂਜੇ ਤੇ ਨਿਸ਼ਾਨੇ ਸਾਧਦਿਆਂ ਆਪਣੇ ਸਟੈਂਡ ਤੇ ਕਾਇਮ ਰਹੇ। पहले भी जो 1985 में 81 में जो पानी का बंटवारा हुआ था, वो पानी भी अभी हमें नहीं मिल रहा है, जबकि राजीव लोंगोवाल में ये कहा गया था कि उस पानी का जो पहले बंटवारा उसके हिसाब से वो पानी सुनिश्चित वैसा रहना ही चाहिए। नया जो होगा बाद का विषय, लेकिन एसवाइएल नहर बनाना ये हमारे लिए एक जीवन मरण की रेखा है। ਜਦੋਂ ਯੂਨਾਈਟਿਡ ਪੰਜਾਬ ਸੀ, ਪੰਜਾਬ ਤੇ ਹਰਿਆਣਾ ਸਾਂਝੇ ਸੀ, ਯਮੁਨਾ ਦਾ ਪਾਣੀ ਉਹ 'ਚ ਪੰਜਾਬ ਦਾ ਹਿੱਸਾ ਸੀ ਤੇ ਜਦੋਂ 66 ਦੇ ਵਿੱਚ ਪੰਜਾਬ ਬਣ ਗਿਆ, ਹਰਿਆਣੇ ਦਾ ਤਾਂ ਯਮੁਨਾ 'ਚ ਹਿੱਸਾ ਰਹਿ ਗਿਆ, ਸਾਡਾ ਜ਼ੀਰੋ। ਫਿਰ ਜੇ ਯਮੁਨਾ 'ਚ ਸਾਡਾ ਹਿੱਸਾ ਨਹੀਂ ਤਾਂ ਸਤਲੁਜ ਤੇ ਬਿਆਸ ਦੇ ਵਿੱਚ ਕਿੱਥੋਂ ਪਾਣੀ ਦੇ ਰਹੀ ਸੀ। ਤੇ ਇਹ ਗੱਲ ਇੱਥੇ ਹੀ ਨਹੀਂ ਰੁਕੀ। ਹਰਿਆਣਾ ਦੇ ਸੀਐਮ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਨਹਿਰ ਦੀ ਉਸਾਰੀ ਕਰਨ ਦੀ ਗੱਲ ਕਹਿ ਰਹੇ ਨੇ, ਪਰ ਸੀਐਮ ਭਗਵੰਤ ਮਾਨ ਪੰਜਾਬ ਦੇ ਕੋਲ ਪਾਣੀ ਦਾ ਹਵਾਲਾ ਦਿੰਦਿਆਂ ਕਹਿ ਰਹੇ ਨੇ ਕਿ ਜਦ ਪਾਣੀ ਨਹੀਂ ਤਾਂ ਨਹਿਰ ਕਿਸ ਕੰਮ ਦੀ। विषय सहमति का तो नहीं बन पाया है। हमारा मत, क्योंकि सुप्रीम कोर्ट ने अभी वर्डिक्ट दिया है अपना एसवाइएल बनाने का, इस पर उनकी सहमति नहीं थी। ਜਦੋਂ ਸਾਡੇ ਕੋਲੇ ਪਾਣੀ ਹੈ ਨਹੀਂ, ਨਹਿਰ ਕਾਹਦੇ ਵਾਸਤੇ ਬਣਾਉਣੀ? ਸਾਡੇ ਪਾਣੀ ਦਾ ਰਿਵਿਊ ਕਰ ਲਓ, ਅੱਜ ਕਿੰਨਾ ਰਹਿ ਗਿਆ ਸਾਡੇ ਕੋਲੇ। 1981 ਵੇਲੇ ਦੀ ਗੱਲ ਹੋਰ ਹੈ, ਸਾਡੇ ਕੋਲੇ ਪਾਣੀ ਹੈ। ਮਨੋਹਰ ਲਾਲ ਮੀਟਿੰਗ ਵਿੱਚ ਹੋਈ ਚਰਚਾ ਦੀ ਰਿਪੋਰਟ ਤਿਆਰ ਕਰਕੇ ਕੇਂਦਰੀ ਮੰਤਰੀ ਨੂੰ ਸੌਂਪਣ ਦੀ ਤਿਆਰੀ ਵਿੱਚ ਨੇ। ਉੱਥੇ ਹੀ ਪੰਜਾਬ ਦੇ ਸੀਐਮ ਭਗਵੰਤ ਮਾਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਦਾ ਹੱਲ ਲੱਭਣ ਦੇ ਲਈ ਕਹਿ ਰਹੇ ਨੇ। केंद्रीय मंत्री जी को सारा विषय बताएंगे, तो केंद्रीय मंत्री आगे क्या निर्देश देंगे, या तो जनवरी से पहले एक मीटिंग वो बुलाएंगे, और नहीं बुलाना चाहेंगे आपस में बातचीत करने के बाद तो सीधा सुप्रीम कोर्ट में हम अपनी राय बता देंगे। ਪੰਜਾਬ ਤੇ ਹਰਿਆਣਾ ਦੋਨੇ ਸਟੇਟਾਂ ਪ੍ਰਧਾਨ ਮੰਤਰੀ ਜੀ ਕੋਲ ਚੱਲਦੇ ਆ ਤੇ ਨਰਿੰਦਰ ਮੋਦੀ ਜੀ ਹਰਿਆਣੇ ਵਾਸਤੇ ਕੋਈ ਯਮੁਨਾ ਚੋਂ ਜਾਂ ਗੰਗਾ ਚੋਂ ਉਧਰੋਂ ਪ੍ਰਬੰਧ ਕਰ ਦੇਣ, ਸਾਡੇ ਕੋਲੇ ਪਾਣੀ ਹੈ। ਮੀਟਿੰਗ ਬੇਨਤੀਜਾ ਰਹੀ ਤੇ ਆਪਣੇ ਸਟੈਂਡ ਤੇ ਪੰਜਾਬ ਹਰਿਆਣਾ ਕਾਇਮ ਵੀ ਨੇ, ਪਰ ਉਮੀਦਾਂ, ਬਿਆਨਾਂ ਤੇ ਨਿਸ਼ਾਨਿਆਂ ਦੇ ਵਿਚਾਲੇ ਐਸਵਾਈਐਲ ਦਾ ਮੁੱਦਾ ਹਾਲੇ ਵੀ ਵਿਵਾਦ ਬਣਿਆ ਹੋਇਆ ਹੈ। ਤੇ ਹੁਣ ਜਨਵਰੀ 23 ਨੂੰ ਹੋਣ ਵਾਲੀ ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਕੀ ਇਹ ਵਿਵਾਦ ਹੱਲ ਹੋਵੇਗਾ ਜਾਂ ਉਦੋਂ ਤੱਕ ਲਟਕਦਾ ਰਹੇਗਾ, ਸਵਾਲ ਕਾਇਮ ਹੈ। ਚੰਡੀਗੜ੍ਹ ਤੋਂ ਅੰਕਿਤ ਦੁਦਾਨੀ ਦੇ ਨਾਲ ਪੰਕਜ ਕਪਾਹੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਐਸਵਾਈਐਲ ਤੇ ਮੀਟਿੰਗ ਤੇ ਬਾਅਦ ਵਿਰੋਧੀ ਪਾਰਟੀਆਂ ਦੇ ਵੀ ਪ੍ਰਤੀਕਰਮ ਸਾਹਮਣੇ ਆਏ ਨੇ। ਪਰ ਜਿਸ ਤਰ੍ਹਾਂ ਦੀ ਗੱਲ ਉਹਨਾਂ ਨੇ ਬਾਹਰ ਆ ਕੇ ਕੀਤੀ, ਉਹ ਮੈਨੂੰ ਜਚੀ ਨਹੀਂ। ਵੀ ਇਹ ਆ ਟੱਕ ਦੀ ਫੋਟੋ ਵੇਖ ਲਓ, ਇਹ ਉਹਨਾਂ ਦੇ ਕੰਡੇ ਵਿੱਚ ਤੁਸੀਂ ਕਹੋ ਕਿ ਮੈਂ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਖੱਟਰ ਸਾਹਿਬ ਨੂੰ ਇਹ ਗੱਲ ਕਹਿਆ, ਨਾ ਤਾਂ ਇੱਟ ਲੱਗੂਗੀ ਤੇ ਨਾ ਪਾਣੀ ਦੀ ਬੂੰਦ ਜਾਊਗੀ। ਕਿਉਂਕਿ ਸਭ ਜਾਣਦੇ ਤੁਹਾਡਾ ਰਿਮੋਟ ਕੰਟਰੋਲ ਕੇਜਰੀਵਾਲ ਸਾਹਿਬ ਦੇ ਹੱਥ 'ਚ। ਜਦ ਤੁਸੀਂ ਹਰਿਆਣੇ ਜਾ ਕੇ ਬੈਠੇ ਹੋ, ਮੈਂ ਵੀਡੀਓ ਵੀ ਸ਼ੇਅਰ ਕੀਤੀ ਆ, ਤੁਸੀਂ ਕਹਿੰਦੇ ਹੋ ਪੰਜਾਬ ਨੂੰ ਪਾਣੀ ਮਿਲਣਾ ਚਾਹੀਦਾ, ਮਗਰ ਨਾਲ ਹੀ ਕਹਿ ਦਿੰਦੇ ਹੋ
ਕਿ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ ਤੇ ਦਿੱਲੀ ਨੂੰ ਵੀ ਮਿਲਣਾ ਚਾਹੀਦਾ। ਸਭ ਨੂੰ ਪਤਾ ਹੈ ਕਿ ਤੁਹਾਡੇ ਗੁਪਤਾ ਜੀ ਜਿਹੜਾ ਮੈਂਬਰ ਆਫ ਪਾਰਲੀਮੈਂਟ ਨੇ ਰਾਜ ਸਭਾ ਦੇ ਆਮ ਆਦਮੀ ਪਾਰਟੀ ਦੇ, ਉਹ ਕਹਿੰਦੇ 2024 ਤੱਕ ਹਰਿਆਣੇ ਦੇ ਕੋਨੇ-ਕੋਨੇ 'ਚ SYL ਦਾ ਪਾਣੀ ਪਹੁੰਚਾਤਾ ਜਾਊਗਾ। ਹਰਿਆਣਾ ਔਰ ਪੰਜਾਬ ਦੇ ਮੁੱਖ ਮੰਤਰੀਆਂ ਦਰਮਿਆਨ SYL ਦੇ ਮਸਲੇ ਨੂੰ ਲੈ ਕੇ ਹੋਈ ਮੀਟਿੰਗ ਬੇਨਤੀਜਾ ਰਹੀ ਔਰ ਮੈਂ ਸਮਝਦਾ ਕਿ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੀਆਂ ਸਾਰੇ ਰਾਜਨੀਤਿਕ ਦਲਾਂ ਦਾ ਔਰ ਪੰਜਾਬ ਦੇ ਲੋਕਾਂ ਦਾ ਸਨਮਾਨ ਕੀਤਾ ਔਰ ਕੋਈ ਐਸਾ ਫੈਸਲਾ ਨਹੀਂ ਲਿਆ ਜਿਸ ਤਰ੍ਹਾਂ ਦਾ ਦਬਾਅ ਕੇਜਰੀਵਾਲ ਜੀ ਬਣਾਉਂਦੇ ਆ। ਹੁਣ ਜ਼ਿਕਰ ਬੇਅਦਬੀ ਤੇ ਗੋਲੀकांड ਦਾ 7 ਸਾਲ ਬੀਤਣ ਦੇ ਬਾਅਦ ਵੀ ਜੇ ਕੁਝ ਹਾਸਲ ਹੋਇਆ ਹੈ ਤਾਂ ਉਹ ਹੈ 1.5 ਮਹੀਨੇ ਦਾ ਹੋਰ ਇੰਤਜ਼ਾਰ। ਇਨਸਾਫ ਮੋਰਚੇ 'ਚ ਸ਼ਾਮਿਲ ਹੋਏ ਸਪੀਕਰ ਕੁਲਤਾਰ ਸੰਧਵਾ ਨੇ ਕਿਹਾ ਬਸ ਕੁਝ ਦਿਨਾਂ ਦਾ ਇੰਤਜ਼ਾਰ। ਹਾਲਾਂਕਿ ਇਨਸਾਫ ਮੋਰਚਾ ਹੋਰ 45 ਦਿਨ ਇੰਤਜ਼ਾਰ ਕਰਨ ਲਈ ਤਿਆਰ ਹੈ, ਪਰ ਨਾਲ ਹੀ ਤਿੱਖੇ ਸੰਘਰਸ਼ ਦਾ ਵੀ ਐਲਾਨ ਕਰ ਦਿੱਤਾ। ਮਹੀਨੇ 1.5 ਮਹੀਨੇ ਬਾਅਦ ਗੁਰੂ ਕਰੇ ਮਿਹਰ ਆਪਾਂ ਸ਼ੁਕਰਾਨੇ ਦਾ ਸਮਾਗਮ ਕਰਾਵਾਂਗੇ। ਬੇਅਦਬੀ ਤੇ ਗੋਲੀकांड ਠੀਕ 7 ਸਾਲ ਪਹਿਲਾਂ ਬੇਅਦਬੀ ਦੀ ਘਟਨਾ ਦੇ ਬਾਅਦ ਕੋਟਕਪੂਰਾ ਗੋਲੀकांड ਵਾਪਰਿਆ। ਇਸੇ ਦਿਨ ਬਾਈਬਲ ਕਲਾਂ ਦੇ ਵਿੱਚ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਨੇ ਗੋਲੀਆਂ ਚਲਾਈਆਂ, 2 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 7 ਸਾਲਾਂ 'ਚ 3 ਮੁੱਖ ਮੰਤਰੀ ਬਦਲ ਗਏ, ਕਈ ਸਿੱਟਾਂ ਬਣਦੀਆਂ ਗਈਆਂ, ਕਮਿਸ਼ਨ ਵੀ ਬਣੇ, ਪਰ 7 ਸਾਲ ਬੀਤਣ ਦੇ ਬਾਅਦ ਵੀ ਇਨਸਾਫ ਦਾ ਹੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ 7 ਸਾਲਾਂ ਦੇ ਬਾਅਦ ਵੀ ਅਜੇ ਹੋਰ 1.5 ਮਹੀਨੇ ਦਾ ਇੰਤਜ਼ਾਰ। ਸ਼ੁੱਕਰਵਾਰ ਨੂੰ ਬਾਈਬਲ ਕਲਾਂ ਇਨਸਾਫ ਮੋਰਚੇ 'ਚ ਸਿੱਖ ਜਥੇਬੰਦੀਆਂ ਦਾ ਵੱਡਾ ਇਕੱਠ ਹੋਇਆ ਤੇ ਜਦੋਂ ਬੋਲਣ ਦੀ ਵਾਰੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੀ ਆਈ ਤਾਂ ਸੰਧਵਾ ਨੇ ਵੱਡੇ ਸੰਕੇਤ ਦੇ ਦਿੱਤੇ ਤੇ ਭਰੋਸਾ ਦਿੱਤਾ ਕਿ ਮਹੀਨੇ 1.5 ਮਹੀਨੇ ਬਾਅਦ ਇਸੇ ਜਗ੍ਹਾ ਤੇ ਸ਼ੁਕਰਾਨੇ ਦਾ ਸਮਾਗਮ ਹੋਵੇਗਾ। ਬਾਹਲੀ ਗੱਲ ਡਿਟੇਲ 'ਚ ਮੈਂ ਕਰਨੀ ਨਹੀਂ ਕਿਉਂਕਿ ਕਾਨੂੰਨੀ ਗੱਲ ਹੈ। ਮਹੀਨੇ 1.5 ਮਹੀਨੇ ਬਾਅਦ ਗੁਰੂ ਕਰੇ ਮਿਹਰ ਆਪਾਂ ਸ਼ੁਕਰਾਨੇ ਦਾ ਸਮਾਗਮ ਕਰਾਵਾਂਗੇ। ਸ਼ੁਕਰਾਨੇ ਦਾ ਬੋਲੇ ਸੋਨਿਹਾਰ ਕਿ ਜੇ ਨਹੀਂ ਹੁੰਦਾ ਤੇ ਫਿਰ ਕੀ ਲੈਣਾ ਨਾ ਸਰਕਾਰਾਂ। ਤਾਂ ਉਧਰ ਇਨਸਾਫ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨੇ ਵੀ ਸਰਕਾਰ ਦੇ ਭਰੋਸੇ ਤੇ ਹਾਮੀ ਭਰ ਦਿੱਤੀ ਤੇ ਜੇ ਇਨਸਾਫ ਦਾ ਇੰਤਜ਼ਾਰ ਖਤਮ ਨਾ ਹੋਇਆ ਤਾਂ ਫਿਰ ਵੱਡੇ ਸੰਘਰਸ਼ ਦਾ ਵੀ ਐਲਾਨ ਕਰ ਦਿੱਤਾ। ਸੋ ਅੱਜ ਪੰਥ ਨੇ ਫੈਸਲਾ ਕੀਤਾ ਹੈ ਕਿ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਦੇ ਲਈ ਅੱਜ ਤੋਂ ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ ਜਿਹੜਾ ਇੱਥੋਂ ਸੰਘਰਸ਼ ਵਿੱਢਿਆ ਜਾਊਗਾ ਉਹ ਫਿਰ ਪੰਜਾਬ ਦਾ ਅਲੱਗ ਹੋਊਗਾ ਤੇ ਇੰਡੀਆ ਦਾ ਅਲੱਗ ਹੋਊਗਾ। ਸੋ 7 ਸਾਲ ਬਾਅਦ ਵੀ ਅਜੇ ਨਿਚੋੜ ਇਹੀ ਨਿਕਲਿਆ ਕਿ ਇਨਸਾਫ 1.5 ਮਹੀਨਾ ਦੂਰ ਹੈ, ਪਰ ਸਵਾਲ ਨੇ ਕਿ ਕੀ ਵਾਕਈ 1.5 ਮਹੀਨੇ ਬਾਅਦ ਸਭ ਕੁਝ ਸਾਫ਼ ਹੋ ਜਾਵੇਗਾ? ਬੇਅਦਬੀ ਤੇ ਗੋਲੀकांड ਦੇ ਦੋਸ਼ੀ ਸਲਾਖਾਂ ਦੇ ਪਿੱਛੇ ਪਹੁੰਚ ਜਾਣਗੇ ਜਾਂ ਫਿਰ ਅਗਲੇ ਸੰਘਰਸ਼ ਦਾ ਆਗਾਜ਼ ਹੋਵੇਗਾ? ਬਾਈਬਲ ਕਲਾਂ ਤੋਂ ਨਪਿੰਦਰ ਬਰਾੜ ਤੇ ਨਰੇਸ਼ ਸੇਠੀ, ਨਿਊਜ਼ 18 ਪੰਜਾਬ। ਉਧਰ ਖੰਨਾ ਪੁਲਿਸ ਨੇ ਇੱਕ ਨਕਲੀ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਨਵੇਂ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਆਪਣੇ ਝਾਂਸੇ ਦੇ ਵਿੱਚ ਫਸਾ ਕੇ ਉਹਨਾਂ ਨੂੰ ਲੁੱਟਦਾ ਸੀ। ਦੀਪਪ੍ਰੀਤ ਦੇ ਨਾਮ ਦਾ ਇਹ ਆਈ ਕਾਰਡ ਤੇ ਪੰਜਾਬ ਪੁਲਿਸ ਦੀ ਖਾਕੀ ਵਰਦੀ। ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਇਹ ਸਭ ਕੁਝ ਕਿਉਂ ਵਿਖਾ ਰਹੇ ਹਾਂ, ਤਾਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਸਭ ਕੁਝ ਨਕਲੀ ਹੈ। ਇਸੇ ਨਕਲੀ ਵਰਦੀ ਨੂੰ ਪਾ ਕੇ ਦੀਪਪ੍ਰੀਤ ਨਾਮ ਦਾ ਇਹ ਸ਼ਖਸ ਨਵੇਂ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਪੁਲਿਸ ਦੀ ਗ੍ਰਿਫਤ ਦੇ ਵਿੱਚ ਨਜ਼ਰ ਆ ਰਿਹਾ ਇਹ ਉਹੀ ਮੁਲਜ਼ਮ ਹੈ ਜੋ ਕਿ ਨਕਲੀ ਡੀਐਸਪੀ ਬਣ ਕੇ ਭੋਲੇ ਭਾਲੇ ਨੌਜਵਾਨਾਂ ਦੇ ਨਾਲ ਠੱਗੀ ਮਾਰਦਾ ਸੀ ਤੇ ਹੁਣ ਤੱਕ 6 ਲੋਕਾਂ ਤੋਂ 2,96,000 ਦੀ ਲੁੱਟ ਕਰ ਚੁੱਕਿਆ ਹੈ। ਅਜਿਹਾ ਬੰਦਾ ਜਿਹੜਾ ਜਾਲੀ ਪੰਜਾਬ ਪੁਲਿਸ ਦਾ ਡੀਐਸਪੀ ਬਣ ਕੇ ਭੋਲੇ ਵਾਲੇ ਜਿਹੜੇ ਲੋਕੀ ਹੈਗੇ ਉਹਨਾਂ ਨੂੰ ਇਹ ਬਰਗਲਾ ਰਿਹਾ ਸੀਗਾ ਤੇ ਉਹਨਾਂ ਨੂੰ ਇਹ ਪ੍ਰੋਮਿਸ ਕਰਦਾ ਸੀਗਾ ਕਿ ਮੈਂ ਤੁਹਾਡੀ ਪੰਜਾਬ ਪੁਲਿਸ 'ਚ ਭਰਤੀ ਕਰਾਵਾਂਗਾ ਤੇ ਉਹਦੇ ਰਿਗਾਰਡਿੰਗ ਇਹ ਉਹਨਾਂ ਵੱਲੋਂ ਇੱਕ ਹੈਫਟੀ ਅਮਾਉਂਟ ਇੱਕ ਭਾਰੀ ਰਕਮ ਇਹਨੇ ਵਸੂਲ ਕੀਤੀ ਹੈ। ਆਪਾਂ ਇਹਦੇ ਕੋਲੋਂ ਇਹਦਾ ਜਾਲੀ ਆਈਡੀ ਕਾਰਡ ਬਰਾਮਦ ਕੀਤਾ ਹੈ, ਇਹਦੀ ਵਰਦੀ ਵੀ ਆਪਾਂ ਜਿਹੜੀ ਜਾਲੀ ਵਰਦੀ ਇਹਨੇ ਸਿਵਾਈ ਹੋਈ ਸੀਗੀ ਉਹ ਵੀ ਆਪਾਂ ਰਿਕਵਰ ਕੀਤੀ ਹੈ ਐਂਡ ਅ ਫਿਊ ਅਦਰ ਡਾਕੂਮੈਂਟਸ that have also been recovered।
ਪੁਲਿਸ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਨੇ ਤਾਂ ਸਿਰਫ ਪੰਜਾਬ ਪੁਲਿਸ ਦੀ ਸਾਈਟ ਤੇ ही विजिट किया जाए। इस टाइप के किसी भी बंदे के बहकावे में ना आए। हमारी जो प्रक्रिया है ये बिल्कुल ही एक ट्रांसपेरेंट एक प्रोसीजर है पंजाब पुलिस के रिक्रूटमेंट का, जिसमें सारी चीज़ें ऑनलाइन अवेलेबल हैं। ऑल द एडमिट कार्ड्स, ऑल द इंफॉर्मेशन आर बीइंग शेयर्ड बाय पंजाब पुलिस ऑफिशियल हैंडल्स। So please don't fall prey to any of these informations if anyone comes to you. ਪੰਜਾਬ ਪੁਲਿਸ ਦੀ ਹੈੱਡ ਕਾਂਸਟੇਬਲ ਤੇ ASI ਦੀ ਭਰਤੀ ਪ੍ਰਕਿਰਿਆ ਜਾਰੀ ਹੈ। ਇਸ ਦੌਰਾਨ ਅਜਿਹੇ ਠੱਗ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਦੇ ਨਾਲ ਲੱਖਾਂ ਦੀ ਠੱਗੀ ਮਾਰਦੇ ਨੇ। ਜਿੱਥੇ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਉੱਥੇ ਲੋੜ ਹੈ ਸਾਨੂੰ ਖੁਦ ਨੂੰ ਵੀ ਸਾਵਧਾਨ ਰਹਿਣ ਦੀ। ਖੰਨਾ ਤੋਂ ਗੁਰਪ੍ਰੀਤ ਸਿੰਘ, ਨਿਊਜ਼ 18 ਪੰਜਾਬ।